Hello everyone, welcome to Victor's Knowledge. This is Chinu Sharma, and today in this lecture we are going to take up our next part 4 from our already ongoing MCQ series on geography. ਸੋ ਆਪਾਂ ਨੇ ਜਿਹੜੇ ਪਹਿਲੇ ਪਾਰਟਸ ਨੇ ਉਹਨਾਂ ਦੇ ਅੰਦਰ 174 ਤੱਕ ਜਿਹੜੇ ਕੁਐਸਚਨ ਨੇ ਉਹ ਕਰ ਲਏ ਨੇ ਤੇ ਜਿਹੜਾ ਥਰਡ ਪਾਰਟ ਹੈ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ। ਸੋ ਹੁਣ ਅੱਜ ਆਪਾਂ ਸਟਾਰਟ ਕਰਾਂਗੇ 175 till 250 MCQ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈ, ਦੋ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਕਿ ਕਿਹੜੀ ਸਟੇਟਮੈਂਟ ਸਹੀ ਹੈ। ਫਰਸਟ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜਾ ਆਪਣਾ ਪੂਰਾ ਸੋਲਰ ਸਿਸਟਮ ਹੈ ਉਹ ਓਰੀਅਨ ਆਰਮ ਦੇ ਉੱਤੇ ਹੈ, ਜਿਹੜਾ ਮਿਲਕੀ ਵੇ ਗਲੈਕਸੀ ਹੈ ਉਹਦੀ ਓਰੀਅਨ ਆਰਮ ਦੇ ਵਿੱਚ ਪ੍ਰੈਜ਼ੈਂਟ ਹੈ। ਸੈਂਟਰ ਤੋਂ ਜੇ ਆਪਾਂ ਗੱਲ ਕਰੀਏ ਤਾਂ 2/3 ਦੀ ਦੂਰੀ ਉੱਤੇ ਪ੍ਰੈਜ਼ੈਂਟ ਹੈ। ਮਿਲਕੀ ਵੇ ਗਲੈਕਸੀ ਦੀ ਜਿਹੜੀ ਓਰੀਅਨ ਆਰਮ ਹੈ ਉਹਦੇ ਵਿੱਚ ਆਪਣਾ ਸੋਲਰ ਸਿਸਟਮ ਲੋਕੇਟਡ ਹੈ ਤੇ ਉਹ ਸੈਂਟਰ ਤੋਂ 2/3 ਦੂਰੀ ਤੇ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਵੀ ਜਿਹੜਾ ਸੋਲਰ ਸਿਸਟਮ ਹੈ ਇਹ 4.6 ਬਿਲੀਅਨ ਸਾਲ ਪਹਿਲਾਂ ਬਣਿਆ ਸੀ ਤੇ ਇਹ ਬਣਿਆ ਕਿਵੇਂ ਸੀ? ਇੱਕ ਇੰਟਰਸਟੈਲਰ ਕਰਾਊਡ ਸੀ, ਇੱਕ ਬੱਦਲ ਸੀ, ਸਮਝ ਲਓ ਧੂੜ ਮਿੱਟੀ ਦਾ, ਗੈਸਿਸ ਦਾ, ਇਹਨੂੰ ਨੈਬਿਊਲਾ ਵੀ ਕਿਹਾ ਜਾਂਦਾ ਹੈ। ਸੋ ਇਹ 4.6 ਬਿਲੀਅਨ ਈਅਰਸ ਅਗੋ ਪਹਿਲਾਂ ਇਹਦੀ ਫਾਰਮੇਸ਼ਨ ਹੋਈ ਹੈ ਸੋਲਰ ਸਿਸਟਮ ਦੀ। ਸੋ ਇਹ ਦੋ ਸਟੇਟਮੈਂਟਸ ਨੇ ਜਿਹੜੀਆਂ ਵਿਦ ਰਿਗਾਰਡ ਟੂ ਆਰ ਸੋਲਰ ਸਿਸਟਮ, ਇਹ ਦੋਨੋਂ ਬਿਲਕੁਲ ਸਹੀ ਫੈਕਟਸ ਨੇ। ਸੋ ਇਸ ਕੁਐਸਚਨ ਦਾ ਰਾਈਟ ਆਂਸਰ ਹੈ ਆਪਸ਼ਨ ਸੀ, both 1 and 2। ਨੈਕਸਟ ਹੈ ਕੁਝ ਪਲੈਨਟਸ ਬਾਰੇ, ਦੋ ਸਟੇਟਮੈਂਟ। ਪਹਿਲੀ ਕਹਿ ਰਹੀ ਹੈ ਵੀ ਸਿਰਫ ਦੋ ਪਲੈਨਟ ਇਹੋ ਜਿਹੇ ਨੇ, ਵੀਨਸ ਤੇ ਯੂਰੇਨਸ, ਜਿਹੜੇ ਸੂਰਜ ਦੇ ਆਲੇ ਦੁਆਲੇ ਈਸਟ ਟੂ ਵੈਸਟ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਰਿਵੋਲਵ ਕਰਦੇ ਨੇ, ਆਪਣਾ ਚੱਕਰ ਕੱਟਦੇ ਨੇ। ਬਾਕੀ ਜਿੰਨੇ ਬਚੇ ਹੋਏ ਪਲੈਨਟ ਨੇ ਉਹ ਐਂਟੀ ਕਲੌਕਵਾਈਜ਼ ਵੈਸਟ ਟੂ ਈਸਟ ਰੋਟੇਟ ਕਰਦੇ ਨੇ, ਰਿਵੋਲਵ ਕਰਦੇ ਨੇ। ਸੋ ਸਨ ਦੇ ਆਲੇ ਦੁਆਲੇ ਰਿਵੋਲਵ ਕਰਦੇ ਨੇ, ਬੇਸਿਕਲੀ ਰੋਟੇਟ ਕਰਦੇ ਹੁੰਦੇ ਨੇ ਆਪਣੇ ਖੁਦ ਦੇ ਐਕਸਿਸ ਦੇ ਆਲੇ ਦੁਆਲੇ। ਸੋ ਉਰੇ ਰੈਵੋਲੂਸ਼ਨ ਦੀ ਗੱਲ ਹੋ ਰਹੀ ਹੈ। ਸੋ ਦੋ ਡਾਇਰੈਕਸ਼ਨ ਹੁੰਦੀਆਂ ਨੇ, ਕਲੌਕਵਾਈਜ਼ ਤੇ ਐਂਟੀ ਕਲੌਕਵਾਈਜ਼। ਤੁਹਾਨੂੰ ਡਾਇਰੈਕਟਲੀ ਇਹ ਵੀ ਆ ਸਕਦਾ ਹੈ ਕਿ ਕਲੌਕਵਾਈਜ਼ ਕਿਹੜੀ ਡਾਇਰੈਕਸ਼ਨ ਹੁੰਦੀ ਹੈ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਲੌਕਵਾਈਜ਼ ਹੈ ਈਸਟ ਟੂ ਵੈਸਟ ਤੇ ਐਂਟੀ ਕਲੌਕਵਾਈਜ਼ ਹੈ ਵੈਸਟ ਟੂ ਈਸਟ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜੇ ਹੋਰ ਪਲੈਨਟ ਨੇ ਉਹ ਰਿਵੋਲਵ ਕਰਦੇ ਨੇ ਸਨ ਦੇ ਆਲੇ ਦੁਆਲੇ ਵੈਸਟ ਟੂ ਈਸਟ, ਮਤਲਬ ਐਂਟੀ ਕਲੌਕਵਾਈਜ਼। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਹੀ ਕਰੈਕਟ ਨੇ ਐਂਡ ਦ ਰਾਈਟ ਆਂਸਰ ਹੇਅਰ ਇਜ਼ ਆਪਸ਼ਨ ਸੀ, both 1 and 2। ਨੈਕਸਟ ਸਟੇਟਮੈਂਟ ਸੂਰਜ ਦੇ ਬਾਰੇ ਹੈ। ਸਨ ਜਿਹੜਾ ਹਾਰਟ ਸਪੌਟ ਹੈ ਸੋਲਰ ਸਿਸਟਮ ਦਾ, ਜਿਹਨੂੰ ਆਪਾਂ ਦਿਲ ਕਹਿ ਦਿੰਦੇ ਆ, ਤੇ ਇਹ ਧਰਤੀ ਉੱਤੇ ਜਿੰਨੇ ਵੀ ਆਰਗੇਨਿਜ਼ਮ ਨੇ, ਪਲਾਂਟ, ਐਨੀਮਲ, ਹਿਊਮਨ ਬੀਇੰਗ ਨੇ, ਸਾਰਿਆਂ ਲਈ ਇੱਕ એનર્ਜੀ ਦਾ ਮੇਨ ਸੋਰਸ ਹੈ ਸਨ। ਸੋ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਵੀ ਜਿਹੜਾ ਕੋਰੋਨਾ ਹੈ ਉਹ ਸਨ ਦੀ ਬਿਲਕੁਲ ਜਿਹੜੀ ਇਨਰ ਮੋਸਟ ਅੰਦਰ ਵਾਲੀ ਲੇਅਰ ਹੈ ਉਹਦਾ ਨਾਮ ਹੈ। ਸੋ ਇਹ ਸਟੇਟਮੈਂਟ ਗਲਤ ਹੈ ਕਿਉਂਕਿ ਜਿਹੜੀ ਕੋਰੋਨਾ ਹੈ ਇਹ ਆਊਟਰ ਮੋਸਟ ਸਭ ਤੋਂ ਬਾਹਰ ਵਾਲੀ ਲੇਅਰ ਹੈ ਸਨ ਦੀ। ਸੋ ਇਸ ਕੁਐਸਚਨ ਦਾ ਸਹੀ ਉੱਤਰ ਹੋ ਜਾਂਦਾ ਹੈ ਆਪਸ਼ਨ ਏ, 1 ਓਨਲੀ। ਨੈਕਸਟ ਇਜ਼ ਮੈਚ ਦ ਫੋਲੋਇੰਗ। ਇੱਕ ਸਾਈਡ ਤੇ ਆਪਣੇ ਕੋਲ ਲੌਂਗੀਟਿਊਡ ਨੇ, ਦੂਜੀ ਸਾਈਡ ਤੇ ਆਪਣੇ ਕੋਲ ਉਹਨਾਂ ਦੇ ਪ੍ਰੋਪਰ ਜੀਓਗ੍ਰਾਫੀਕਲ ਲੋਕੇਸ਼ਨਸ ਨੇ। ਸੋ ਆਪਾਂ ਨੇ ਇਹਨਾਂ ਨੂੰ ਹੁਣ ਕਰੈਕਟਲੀ ਮੈਚ ਕਰਨਾ ਹੈ ਲੌਂਗੀਟਿਊਡਸ ਨੂੰ। ਪਹਿਲਾ ਹੈ ਪ੍ਰਾਈਮ ਮੈਰੀਡੀਅਨ, ਪ੍ਰਾਈਮ ਮੈਰੀਡੀਅਨ ਹੈ 0 ਲੌਂਗੀਟਿਊਡ ਉੱਤੇ। ਦੂਜਾ ਹੈ ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਂਸਰ ਹੁੰਦਾ ਹੈ 23.5 ਡਿਗਰੀ ਨਾਰਥ ਲੈਟੀਟਿਊਡ ਉੱਤੇ। ਇੰਟਰਨੈਸ਼ਨਲ ਡੇਟ ਲਾਈਨ, ਸੋ ਇੰਟਰਨੈਸ਼ਨਲ ਡੇਟ ਲਾਈਨ ਹੈ 180 ਡਿਗਰੀ ਲੌਂਗੀਟਿਊਡ ਤੇ। ਇਹ ਜਿਹੜੀ ਆਪਣੀ ਅਰਥ ਹੈ ਜਦੋਂ ਦੀ ਆਪਾਂ ਜੀਓਗ੍ਰਾਫੀਕਲ ਲੋਕੇਸ਼ਨ ਉੱਤੇ ਲੌਂਗੀਟਿਊਡ ਲੈਟੀਟਿਊਡ ਦੇਖਦੇ ਹਾਂ, ਉਹਦਾ ਸੈਂਟਰ ਪਾਰਟ ਦੇਖਦੇ ਹਾਂ। ਸੋ ਉਹ ਸਾਰੀਆਂ ਚੀਜ਼ਾਂ ਦੇ ਆਧਾਰ ਦੇ ਉੱਤੇ ਇਹ ਆਪਣੇ ਕੋਲ ਮੈਚ ਦੀ ਫੋਲੋਇੰਗ ਦੇ ਡਿਸਕ੍ਰਿਪਸ਼ਨ ਨੇ। ਚੌਥੀ ਗੱਲ ਹੋ ਰਹੀ ਹੈ ਆਰਕਟਿਕ ਸਰਕਲ ਦੀ। ਸੋ ਇਹ ਹੈ 66.5 ਡਿਗਰੀ ਨਾਰਥ ਲੈਟੀਟਿਊਡ। ਟ੍ਰੋਪਿਕ ਆਫ ਕੈਪਰੀਕੌਨ ਹੁੰਦਾ 23.5 ਡਿਗਰੀ ਸਾਊਥ ਲੈਟੀਟਿਊਡ। ਸੋ ਇਸ ਕੁਐਸਚਨ ਦਾ ਰਾਈਟ ਆਂਸਰ ਹੈ ਆਪਸ਼ਨ ਬੀ, 3215। So next 179th question is about Milky Way। So ਦੋ ਸਟੇਟਮੈਂਟ ਨੇ, we have to tell ਕਿ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਜੋ ਮਿਲਕੀ ਵੇ ਹੈ ਇੱਕ ਸਪਾਇਰਲ ਨੇਚਰ ਦੀ ਗੈਲੈਕਸੀ ਹੈ। ਜਿਹੜਾ ਸੋਲਰ ਸਿਸਟਮ ਹੈ ਉਹ ਇਸੇ ਸਪਾਇਰਲ ਆਰਮਸ ਦੇ ਵਿੱਚ ਹੈ, ਇਸੇ ਮਿਲਕੀ ਵੇ ਦੀਆਂ ਜਿਹੜੀਆਂ ਆਰਮਸ ਨੇ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਹੈ। ਸੋ ਇਹ ਦੋਨੋਂ ਸਟੇਟਮੈਂਟ ਬਿਲਕੁਲ ਸਹੀ ਨੇ ਵਿਦ ਰਿਗਾਰਡ ਟੂ ਮਿਲਕੀ ਵੇ। ਸੋ ਰਾਈਟ ਆਂਸਰ ਹੇਅਰ ਇਜ਼ ਆਪਸ਼ਨ ਸੀ, both 1 and 2। ਨੈਕਸਟ ਇਸ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈ ਉਹ ਸਭ ਤੋਂ ਪਹਿਲਾਂ ਓਰੀਜਨਲੀ ਜਦੋਂ ਫਾਰਮ ਹੋਇਆ ਤਾਂ ਕਿਹੜੀ ਚੀਜ਼ ਦਾ ਮੰਨਿਆ ਜਾਂਦਾ ਹੈ ਕਿ ਉਹ ਪਾਰਟ ਸੀ? ਸੋ ਦ ਇੰਡੀਅਨ ਸਬ ਕੰਟੀਨੈਂਟ ਵਾਸ ਓਰੀਜਨਲੀ ਪਾਰਟ ਆਫ ਅ huge mass Gondwana land। So this is very important, this have been asked many times in different examinations।
ਨੈਕਸਟ ਇਜ਼ 181st ਕੁਐਸਚਨ, ਜਿਹੜੀ ਅਰਥ ਦੀ ਕਰਸਟ ਹੈ ਸਭ ਤੋਂ ਜ਼ਿਆਦਾ ਡੋਮੀਨੈਂਟ ਐਲੀਮੈਂਟ ਕਿਹੜਾ, ਮਤਲਬ ਧਰਤੀ ਜਿਹੜੀ ਚੀਜ਼ ਦੀ ਬਣੀ ਹੋਈ ਆ ਉਹਦੇ ਵਿੱਚ ਆਪਾਂ ਐਲੀਮੈਂਟਸ ਦੀ ਗੱਲ ਕਰੀਏ ਤਾਂ ਮੇਜਰ ਪ੍ਰਪੋਰਸ਼ਨ ਦੇ ਵਿੱਚ ਕਿਹੜਾ ਐਲੀਮੈਂਟ ਪਾਇਆ ਜਾਂਦਾ ਹੈ, ਸੋ ਉਹ ਹੈ ਐਲੂਮੀਨੀਅਮ, ਆਪਸ਼ਨ ਏ। ਨੈਕਸਟ ਇਜ਼ ਦ ਮਾਊਥ ਆਫ ਅ ਵੋਲਕੈਨੋ ਇਜ਼ ਨੋਨ ਐਜ਼, ਜਿਹੜਾ ਜਵਾਲਾਮੁਖੀ ਉਹਦਾ ਮੂੰਹ ਹੈ ਜਿੱਥੋਂ ਨਿਕਲਦਾ ਮੇਨ, ਉਹਨੂੰ ਕੀ ਕਿਹਾ ਜਾਂਦਾ ਜਿੱਥੋਂ ਸਟਾਰਟ ਹੁੰਦਾ ਹੈ, ਸੋ that is known as crater, option C, very important. Gutenberg discontinuity separates, so Gutenberg discontinuity separate ਕਰਦੀ ਹੈ ਜਿਹੜੀ ਧਰਤੀ ਦੀ ਲੋਅਰ ਮੈਂਟਲ ਹੈ ਉਹਨੂੰ ਬਾਹਰ ਵਾਲੀ ਕੋਰ ਤੋਂ, ਸੋ option C ਇਹਦਾ ਰਾਈਟ ਆਨਸਰ ਹੈ। ਨੈਕਸਟ ਹੈ ਕਿਹੜੇ ਐਰਾ ਦੇ ਵਿੱਚ ਜਿਹੜੀ ਧਰਤੀ ਹੈ ਉਹ ਆਲਮੋਸਟ ਪੂਰੀ ਤਰ੍ਹਾਂ ਬਰਫ਼ ਤੇ ਆਈਸ ਦੇ ਨਾਲ ਢੱਕ ਗਈ ਸੀ, ਸੋ ਇਨ ਵਿਚ ਆਫ ਦ ਫੋਲੋਇੰਗ ਐਰਾ the earth was nearly covered with snow and ice, so O period C, Pleistocene era, option C. The largest volume and mass of the earth is found in, ਸਭ ਤੋਂ ਜ਼ਿਆਦਾ ਮੇਨ ਜਿਹੜਾ ਭਾਰ ਹੈ, weight ਹੈ ਅਰਥ ਦਾ, ਵੋਲਿਊਮ ਹੈ, ਮਾਸ ਹੈ, ਉਹ ਹੁੰਦਾ ਹੈ ਮੈਂਟਲ ਦੇ ਵਿੱਚ, option B. Which of the following is not related to plate tectonic theory? ਸੋ ਇੱਕ ਥਿਊਰੀ ਮੰਨੀ ਜਾਂਦੀ ਹੈ ਕਿ ਬਹੁਤ ਸਾਰੀਆਂ ਪਲੇਟ ਸੀ ਜਿਹੜੀਆਂ ਆਪਸ ਦੇ ਵਿੱਚ ਟਕਰਾਈਆਂ, ਫਿਰ ਇਸੇ ਤਰੀਕੇ ਦੇ ਨਾਲ ਅਲੱਗ-ਅਲੱਗ ਪਲੈਨਟਸ ਨਿਕਲ ਕੇ ਆਏ। ਸੋ ਜਿਹੜੀ ਪਲੇਟ ਟੈਕਟੋਨਿਕ ਥਿਊਰੀ ਹੈ ਬੇਸਿਕਲੀ ਇਹਨਾਂ ਚਾਰ ਆਪਸ਼ਨਸ ਦੇ ਵਿੱਚੋਂ ਕਿਹੜੀ ਚੀਜ਼ ਉਹਦੇ ਨਾਲ ਰਿਲੇਟਡ ਨਹੀਂ ਹੈ, ਸੋ ਨਾਟ ਰਿਲੇਟਡ ਇਜ਼ ਪੋਲ ਵਾਂਡਰਿੰਗ, ਆਪਸ਼ਨ ਬੀ। ਬਾਕੀ ਕੌਂਟੀਨੈਂਟਲ ਡ੍ਰਿਫਟ ਹੋ ਗਿਆ, ਟਰਾਂਸਫਾਰਮ ਫਾਲਟ, ਸੀ ਫਲੋਰ ਸਪਰੈਡਿੰਗ, ਇਹ ਸਾਰੀਆਂ ਚੀਜ਼ਾਂ ਪਲੇਟ ਟੈਕਟੋਨਿਕ ਥਿਊਰੀ ਦੇ ਨਾਲ ਰਿਲੇਟਡ ਹੈ। 187th question, which one of the following geological period was frequented by increased volcanic activity? So ਕਿਹੜਾ ਇਹ ਜਿਹਾ ਸਮਾਂ ਸੀ, ਪੀਰੀਅਡ ਸੀ ਜਿਹਦੇ ਵਿੱਚ ਜ਼ਿਆਦਾਤਰ ਜਵਾਲਾਮੁਖੀ ਵਾਲੀ ਜਿਹੜੀਆਂ ਵੋਲਕੈਨਿਕ ਐਕਟੀਵਿਟੀਜ਼ ਨੇ ਉਹ ਦੇਖਣ ਨੂੰ ਮਿਲੀਆਂ, ਬਹੁਤ ਹੀ ਜ਼ਿਆਦਾ ਵੱਧ ਗਿਆ ਸੀ, ਸੋ ਉਹ ਪੀਰੀਅਡ ਹੈ ਕ੍ਰੀਟੇਸ਼ੀਅਸ, ਆਪਸ਼ਨ ਏ। ਸਿਆਲ ਦਾ ਕੀ ਮਤਲਬ ਹੈ, ਇਹ ਜਿਹੜੇ ਇੱਕ ਦੋ ਨੈਕਸਟ ਕੁਐਸਚਨ ਹੈ ਤੇ ਇਹ ਵਾਲਾ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਇਹਨਾਂ ਤੁਸੀਂ ਸਟਾਰ ਮਾਰਕ ਕਰ ਲਓ ਕਿਉਂਕਿ ਬਾਰ-ਬਾਰ ਐਗਜ਼ਾਮ ਵਿੱਚ ਜਦੋਂ ਵੀ ਬੇਸਿਕ ਜਿਓਗ੍ਰਾਫੀ ਦੀ ਗੱਲ ਹੁੰਦੀ ਹੈ, ਅਰਥ ਬਾਰੇ ਕੁਐਸਚਨ ਆਉਂਦੇ ਨੇ ਤਾਂ ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਦਾ ਹੈ। ਸੋ ਵਾਟ ਡਸ ਦ ਟਰਮ ਸਿਆਲ ਰੈਫਰ ਟੂ? ਸਿਆਲ ਦਾ ਮਤਲਬ ਹੈ ਜਿਹੜਾ ਧਰਤੀ ਦਾ ਸਰਫੇਸ ਏਰੀਆ ਹੈ ਤੇ ਸਿਆਲ ਇੰਡੀਕੇਟ ਕਰਦੀ ਹੈ ਸਿਲਿਕਾ ਤੇ ਐਲੂਮੀਨੀਅਮ ਨੂੰ, ਸੋ ਅਰਥ ਸਰਫੇਸ ਜਿਹੜੀ ਦੋ ਮੇਨ ਡੋਮੀਨੈਂਟ ਐਲੀਮੈਂਟ ਦੇ ਨਾਲ ਬਣੀ ਹੋਈ ਹੈ। ਆਪਾਂ ਨੇ ਪਿੱਛੇ ਵੀ ਕੁਐਸਚਨ ਕੀਤਾ ਸੀ ਜਿਹਦਾ ਆਨਸਰ ਐਲੂਮੀਨੀਅਮ ਸੀ, ਸੋ ਸਿਆਲ ਦਾ ਮਤਲਬ ਹੈ SI ਸਟੈਂਡ ਫॉर ਸਿਲਿਕਾ, AL ਸਟੈਂਡਸ ਫॉर ਐਲੂਮੀਨੀਅਮ। ਨੈਕਸਟ ਹੈ ਨਾਈਫ, ਜਿਹੜਾ ਨਾਈਫ ਹੈ ਇਹ ਧਰਤੀ ਦਾ ਬਿਲਕੁਲ ਜਿਹੜਾ ਇਨਰਮੋਸਟ ਅੰਦਰ ਵਾਲਾ ਪਾਰਟ ਹੈ, ਇਨਰਮੋਸਟ ਲੇਅਰ ਹੈ, ਉਹਨੂੰ ਬਣਾਉਂਦਾ ਹੈ। ਸੋ ਨਾਈਫ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਵੇਂ ਉੱਪਰ ਆਪਾਂ ਨੇ ਸਿਆਲ ਦੇ ਵਿੱਚ ਦੋ ਐਲੀਮੈਂਟ ਦੇਖੇ ਨੇ, ਸਿਲਿਕਾ ਤੇ ਐਲੂਮੀਨੀਅਮ। ਨਾਈਫ ਦੇ ਅੰਦਰ Ni ਦਾ ਮਤਲਬ ਹੈ ਨਿਕਲ ਤੇ ਜਿਹੜਾ Fe ਹੈ ਇਹ ਰੈਪਰੈਜ਼ੈਂਟ ਕਰਦਾ ਹੈ ਆਇਰਨ ਨੂੰ। ਸੋ ਇਨਰਮੋਸਟ ਲੇਅਰ ਦੇ ਵਿੱਚ ਡੋਮੀਨੈਂਟ ਐਲੀਮੈਂਟ ਹੋ ਗਏ ਆਇਰਨ ਤੇ ਨਿਕਲ, ਤੇ ਜਿਹੜੀ ਆਪਾਂ ਨੇ ਉੱਪਰ ਗੱਲ ਕੀਤੀ ਆ ਅਰਥ ਦਾ ਸਰਫੇਸ ਏਰੀਆ ਉੱਪਰ ਵਾਲੀ ਲੇਅਰ ਹੈ ਉਹ ਹੋ ਗਈ ਸਿਆਲ। ਨੈਕਸਟ ਇਜ਼ ਆਈਸੋਸਿਜ਼ਮਲ ਲਾਈਨ ਜੁਆਇਨ ਪਲੇਸਿਸ। ਸੋ ਆਈਸੋਸਿਜ਼ਮਲ ਲਾਈਨ ਉਹ ਲਾਈਨਾਂ ਨੇ ਜਿਹੜੀਆਂ ਇੱਕੋ ਤਰ੍ਹਾਂ ਦੀ ਇੰਟੈਂਸਿਟੀ ਤੀਬਰਤਾ ਵਾਲੇ ਅਰਥਕੁਆਇਕ ਵਾਲੀ ਜਗ੍ਹਾ ਨੂੰ ਆਪਸ ਦੇ ਵਿੱਚ ਜੋੜਦੀਆਂ ਨੇ। ਸੋ ਜਿਹੜੀ ਵੀ ਜਗ੍ਹਾ ਤੇ ਸੇਮ ਇੰਟੈਂਸਿਟੀ ਦਾ ਅਰਥਕੁਆਇਕ ਦੇਖਣ ਨੂੰ ਮਿਲਦਾ ਹੈ ਉਹ ਜਿਹੜੀ ਜਗ੍ਹਾ ਨੂੰ ਆਪਾਂ ਜਦੋਂ ਜਿਓਗ੍ਰਾਫੀਕਲ ਲੋਕੇਸ਼ਨ ਇੰਡੀਕੇਟ ਕਰਕੇ ਆਪਾਂ ਦੇਖਦੇ ਹਾਂ ਤਾਂ ਉੱਥੇ ਆਪਾਂ ਆਈਸੋਸਿਜ਼ਮਲ ਲਾਈਨਸ ਲਗਾਉਂਦੇ ਹਾਂ ਜਿਹੜੀਆਂ ਦੋ ਸੇਮ ਜਗ੍ਹਾ ਦੇ ਉੱਤੇ ਸੇਮ ਤਰੀਕੇ ਦੀ ਇੰਟੈਂਸਿਟੀ ਵਾਲਾ ਅਰਥਕੁਆਇਕ ਐਕਸਪੀਰੀਅੰਸ ਕੀਤਾ ਗਿਆ ਹੋਵੇ। The Coriolis effect is produced by, ਜਿਹੜਾ Coriolis effect ਹੈ ਇਹ ਬੇਸਿਕਲੀ ਇੱਕ ਤਰ੍ਹਾਂ ਦੀ ਜਿਹੜੀਆਂ ਗਲੋਬਲ ਆਪਣੇ ਪੂਰੇ ਧਰਤੀ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਹਵਾਵਾਂ ਚੱਲਦੀਆਂ ਨੇ, ਵਿੰਡਸ ਚੱਲਦੀਆਂ ਨੇ, ਉਹਨਾਂ ਦੀ ਡਿਫਲੈਕਸ਼ਨ ਦਾ ਹੀ ਰਿਜ਼ਲਟ ਹੈ। ਓਸ਼ੀਅਨ ਕਰੰਟਸ ਦਾ ਰਿਜ਼ਲਟ ਹੈ, ਜਿਹੜੇ ਵਾਰਮ ਤੇ ਕੋਲਡ ਅਲੱਗ-ਅਲੱਗ ਤਰ੍ਹਾਂ ਦੇ ਓਸ਼ੀਅਨ ਕਰੰਟਸ ਆਉਂਦੇ ਨੇ ਜਿਹੜੇ ਫ੍ਰੀਲੀ ਧਰਤੀ ਦੇ ਸਰਫੇਸ ਉੱਤੇ ਮੂਵ ਕਰਦੇ ਰਹਿੰਦੇ ਨੇ, ਤੇ ਜਿਹੜੀ ਡਿਫਲੈਕਸ਼ਨ ਹੁੰਦੀ ਹੈ ਇਹ ਵਿੰਡਸ ਓਸ਼ੀਅਨ ਕਰੰਟਸ ਹੁੰਦੇ ਨੇ, ਇਹ ਅਰਥ ਜਿਹੜਾ ਆਪਣੇ ਐਕਸਿਸ ਦੇ ਉੱਤੇ ਰੋਟੇਟ ਕਰਦਾ ਹੈ ਉਹਦੇ ਕਰਕੇ ਹੁੰਦੇ ਹੈ। ਸੋ ਕਰੋਲੀਅਸ ਇਫੈਕਟ ਵੀ ਐਜ਼ ਸੱਚ ਪ੍ਰੋਡਿਊਸ ਹੁੰਦਾ ਹੈ ਅਰਥ ਦੀ ਰੋਟੇਸ਼ਨ ਦੇ ਕਰਕੇ। ਸੋ ਆਪਸ਼ਨ ਸੀ ਇਸ ਕੁਐਸਚਨ ਦਾ ਸਹੀ ਉੱਤਰ ਹੈ। ਨੈਕਸਟ ਹੈ ਵਿਚ ਆਫ ਦ ਫੋਲੋਇੰਗ ਕਨਸੈਪਟ ਫਾਰਮ ਬੇਸਿਸ ਫॉर ਪਲੇਟ ਟੈਕਟੋਨਿਕ ਥਿਊਰੀ। ਸੋ ਪਲੇਟ ਟੈਕਟੋਨਿਕ ਥਿਊਰੀ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਕਿਹੜੇ ਇਹੋ ਜਿਹੇ ਕਨਸੈਪਟ ਨੇ ਇਹਨਾਂ ਚਾਰਾਂ ਦੇ ਵਿੱਚੋਂ ਜਿਹੜੇ ਬੇਸ ਤਿਆਰ ਕਰਦੇ ਨੇ ਇਸ ਥਿਊਰੀ ਦਾ।
सो वो कंसैप्ट है एक तो कॉन्टिनेंटल ड्रिफ्ट, दूजा है पैलियोमैग्नेटिज्म। सो ऑप्शन सी इहदा राइट आंसर है। नैक्सट इज 193rd क्वेश्चन। सो हुण आपां ने कुछ प्लैनेट्स के नाम दसे हुए ने, 5 प्लैनेट्स ने, आपां ने उन्हां नूं इंक्रीजिंग ऑर्डर दे विच लगाउणा। किहड़े ऑर्डर विच? एज पर देयर साइज डायमीटर। सो साइज के अकॉर्डिंग आपां ने इंक्रीजिंग ऑर्डर दे विच प्लैनेट्स नूं अरेंज करना है, ते सही सीक्वेंस है उरे ऑप्शन बी। सब तो पहला है मरकरी, दैन मार्स, वीनस, अर्थ, ते सब तो बाद आउंदा है यूरेनस। नैक्सट 194th क्वेश्चन। 4 स्टेटमेंट दसिया हुई ने, ये एनसीईआरटी बेस्ड भी बहुत ही ज्यादा इंपॉर्टेंट क्वेश्चन है। सो इनू भी तुसी स्टार मार्क कर लो, क्योंकि ये भी बहुत बार एग्जाम विच डायरैक्टली इसे तरह रिपीट हुंदा है। सो पहली स्टेटमेंट कह रही है भी जिहड़ी धरती है ਉਹ सूरज के सब तो नेड़े हुंदी है 3 जनवरी ਨੂੰ, ਤੇ ਜਿਹਨੂੰ ਆਪਾਂ ਕਹਿੰਦੇ ਆ ਪੈਰੀਲੀਅਨ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਧਰਤੀ ਸਭ ਤੋਂ ਦੂਰ ਹੁੰਦੀ ਹੈ ਸਨ ਤੋਂ 4 ਜੁਲਾਈ ਨੂੰ, ਜਿਹਨੂੰ ਆਪਾਂ ਪੈਰੀਲੀਅਨ ਕਹਿੰਦੇ ਆ। ਤੀਜੀ ਸਟੇਟਮੈਂਟ ਕਹਿ ਰਹੀ ਹੈ ਕਿ ਧਰਤੀ ਦੂਰ ਹੁੰਦੀ ਹੈ ਸੂਰਜ ਤੋਂ 4 ਜੁਲਾਈ ਨੂੰ, ਜਿਹਨੂੰ ਆਪਾਂ ਐਫੀਲੀਅਨ ਕਹਿੰਦੇ ਆ। ਸੋ ਚੌਥੀ ਸਟੇਟਮੈਂਟ ਇਹਦਾ ਓਪੋजिट ਕਹਿ ਰਹੀ ਹੈ, ਤੇ ਉਰੇ ਜਿਹੜੀ ਸਟੇਟਮੈਂਟ ਸਹੀ ਨੇ ਉਹ ਹੈ ਪਹਿਲੀ ਤੇ ਤੀਜੀ। ਸੋ ਪੈਰੀਲੀਅਨ ਹੁੰਦਾ 3 ਜਨਵਰੀ ਨੂੰ, ਜਿਸ ਦਿਨ ਸੂਰਜ ਤੇ ਧਰਤੀ ਆਪਸ ਦੇ ਵਿੱਚ ਸਭ ਤੋਂ ਘੱਟ ਡਿਸਟੈਂਸ ਉੱਤੇ ਖੜੇ ਹੁੰਦੇ ਨੇ, ਨੀਅਰੈਸਟ ਹੁੰਦੇ ਨੇ ਇੱਕ ਦੂਜੇ ਦੇ, ਤੇ ਜਦੋਂ ਸਭ ਤੋਂ ਜ਼ਿਆਦਾ ਦੂਰੀ ਤੇ ਹੁੰਦੇ ਨੇ ਉਹਨੂੰ ਆਪਾਂ ਕਹਿੰਦੇ ਆ ਐਫੀਲੀਅਨ, ਤੇ ਉਹ ਹੁੰਦਾ 4 ਜੁਲਾਈ ਨੂੰ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਸੀ 1 ਐਂਡ 3। ਨੈਕਸਟ 195th क्वेश्चन है, ਕਿਹੜੀਆਂ ਇਹ ਜਿਹੀਆਂ ਵੇਵਸ ਨੇ ਜਿਹੜੀਆਂ ਸਾਇੰਟਿਸਟ ਨੂੰ ਮਦਦ ਕਰਦੀਆਂ ਨੇ ਜਦੋਂ ਉਹਨਾਂ ਨੇ ਧਰਤੀ ਦਾ ਅੰਦਰ ਵਾਲਾ ਜਿਹੜਾ ਇੰਟਰਨਲ ਸਟਰਕਚਰ ਹੈ ਉਹਨੂੰ ਸਮਝਣਾ ਹੁੰਦਾ ਹੈ, ਉਹਦੇ ਬਾਰੇ ਰਿਸਰਚ ਕਰਨੀ ਹੁੰਦੀ ਹੈ। ਸੋ ਉਹ ਵੇਵਸ ਨੇ ਆਪਸ਼ਨ ਬੀ ਸੈਕੰਡਰੀ ਵੇਵ। ਕਿਹੜੀ ਇਹ ਜਿਹੀ ਸੈਟੇਲਾਈਟ ਹੈ ਜਿਹਦਾ ਆਰਬਿਟਲ ਪੀਰੀਅਡ ਸੇਮ ਹੈ ਜਿੰਨਾ ਟਾਈਮ ਪੀਰੀਅਡ ਧਰਤੀ ਆਪਣੇ ਖੁਦ ਦੇ ਐਕਸਿਸ ਦੇ ਆਲੇ ਦੁਆਲੇ ਰੋਟੇਸ਼ਨ ਦਾ ਪੀਰੀਅਡ ਕੰਪਲੀਟ ਕਰਨ ਦੇ ਲਈ ਲਗਾਉਂਦੀ ਹੈ। ਸੋ ਉਹ ਹੈ ਜੀਓ ਸਟੇਸ਼ਨਰੀ ਸੈਟੇਲਾਈਟ ਆਪਸ਼ਨ ਸੀ। ਜਿਹੜਾ ਐਲਬੇਡੋ ਇਫੈਕਟ ਹੈ ਇਹ ਕਦੋਂ ਜ਼ਿਆਦਾ ਹੁੰਦਾ ਹੈ? ਸੋ ਇਹ ਹੁੰਦਾ ਹੈ ਜਦੋਂ ਸਵੇਰੇ ਸਵੇਰੇ ਜਲਦੀ ਮਾਰਨਿੰਗ ਦਾ ਸਮੇਂ ਹੋਵੇ ਜਾਂ ਫਿਰ ਲੇਟ ਈਵਨਿੰਗ ਦਾ ਟਾਈਮ ਪੀਰੀਅਡ ਹੋਵੇ। ਨੈਕਸਟ ਇਜ਼ ਇਹ 4 ਆਪਸ਼ਨਸ ਦੇ ਵਿੱਚੋਂ ਮੈਟਾਮੋਰਫਿਕ ਰੌਕ ਕਿਹੜੇ ਨਹੀਂ ਹੈ? ਸੋ ਮੈਟਾਮੋਰਫਿਕ ਰੌਕ ਜਿਹੜੇ ਨਹੀਂ ਹੈ ਉਹ ਹੈ ਆਪਸ਼ਨ ਬੀ ਕੰਗਲੋਮਰੇਟ। ਬਾਕੀ ਜੈਨੇਸਿਸ ਹੋ ਗਿਆ, ਕੁਆਰਟਜ਼ਾਈਟ, ਸਕਾਈਸਟ, ਇਹ ਸਾਰੇ ਮੈਟਾਮੋਰਫਿਕ ਰੌਕ ਨੇ, ਤੇ ਇਹ ਵੀ ਡਾਇਰੈਕਟਲੀ ਐਨਸੀਈਆਰਟੀ ਬੇਸਡ ਕੁਐਸਚਨ ਹੈ। Next is which one of the following is an example of block mountain? Block mountain the example है Black Forest option C। Telegraph plateau है जेड़ा केड़े ridge दा part है? So ये है North Atlantic ridge दा part। 201 question केड़े एहजे पेयर है ਜਿਹੜੇ ਸਭ ਤੋਂ ਜ਼ਿਆਦਾ ਸੂਟੇਬਲ ਹੈ, ਸਹੀ ਕੰਡੀਸ਼ਨ ਹੈ ਜੇ ਆਪਾਂ ਨੇ ਇਹ ਦੇਖਣਾ ਹੋਵੇ ਕਿ ਕਿਸੇ ਰੌਕ ਦੀ ਓਰੀਜਿਨੇਸ਼ਨ ਕਿਵੇਂ ਹੋਈ, ਕੋਈ ਜਿਹੜੇ ਰੌਕਸ ਨੇ, ਪੱਥਰ ਨੇ, ਉਹ ਬਣੇ ਕਿਵੇਂ। ਸੋ ਉਸ ਚੀਜ਼ ਨੂੰ ਸਮਝਣ ਦੇ ਲਈ ਆਪਾਂ ਨੂੰ ਇੱਕ ਤਾਂ ਸਟਰਕਚਰ ਬਾਰੇ ਪਤਾ ਹੋਣਾ ਚਾਹੀਦਾ, ਦੂਜਾ ਕੰਪੋਜੀਸ਼ਨ ਕਿ ਉਹਨਾਂ ਦਾ ਸਟਰਕਚਰ ਕੀ ਹੈ, ਕਿਹੜੀ-ਕਿਹੜੀਆਂ ਚੀਜ਼ਾਂ ਨੂੰ ਮਿਲ ਕੇ ਉਹ ਬਣੇ ਨੇ, ਫਿਰ ਆਪਾਂ ਉਹਨਾਂ ਦੀ ਓਰੀਜਿਨੇਸ਼ਨ ਹੈ ਉਹਨੂੰ ਐਸਰਟੇਨ ਕਰ ਸਕਦੇ ਹਾਂ। ਸੋ ਆਪਸ਼ਨ ਡੀ ਇਜ਼ ਦ ਰਾਈਟ ਆਨਸਰ। ਜਦੋਂ ਵੀ ਕੋਈ ਵੋਲਕੈਨਿਕ ਇਰਪਸ਼ਨ ਹੁੰਦੀ ਹੈ, ज्वालामुखी फटदी है, तो ਜਿਹੜਾ ਲਾਵਾ ਉਹਦੇ ਚੋਂ ਨਿਕਲਦਾ ਹੈ ਉਹ ਡਿਪੋਜ਼ਿਟ ਹੋ ਜਾਂਦਾ ਹੈ, ਜੰਮ ਜਾਂਦਾ ਹੈ ਐਂਟੀਕਲਾਈਨਸ ਦੇ ਵਿੱਚ, ਸਿੰਕਲਾਈਨਸ ਦੇ ਵਿੱਚ, ਫੋਲਡਡ ਮਾਊਂਟੇਨਸ ਦੇ। ਤੇ ਕਿਹੜੀ ਚੀਜ਼ ਹੈ ਜਿਹੜੀ ਇਹ ਲਾਵਾ ਜਦੋਂ ਇਕੱਠਾ ਹੁੰਦਾ ਹੈ, ਡਿਪੋਜ਼ਿਟ ਹੁੰਦਾ ਹੈ, ਉਹਦੀ ਫਾਰਮੇਸ਼ਨ ਦੇ ਨਾਲ ਬਣਦਾ ਹੈ। ਸੋ ਉਹ ਹੈ ਫੈਕੋਲਿਥ ਆਪਸ਼ਨ ਏ। ਸੋ ਡਿਊਰਿੰਗ ਵੋਲਕੈਨਿਕ ਇਰਪਸ਼ਨ deposition of lava in anticlines, syncline or folded mountain accounts for the formation of, so ਇਹਦੇ ਨਾਲ ਬਣਦੇ ਆ ਫੈਕੋਲਿਥ। 203rd question, when falling fissures in the rock it both parts slide in front and one part slide over the other, the resulting feature is। rocks ਦੇ ਵਿੱਚ ਜਦੋਂ ਇੱਕ ਹਿੱਸਾ front ਦੇ ਉੱਤੇ slide ਕਰਦਾ ਹੈ, ਦੂਜਾ ਉਹਦੇ ਉੱਤੇ slide ਕਰਦਾ ਹੈ, ਤਾਂ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ reverse fault ਹੋ ਗਿਆ ਆਪਸ਼ਨ ਸੀ। ग्रेनाइट ते बेसाल्ट किस तरह के रॉक्स की एग्जाम्पल है? ये भी क्वेश्चन बहुत बार एग्जाम में आउंदा। सो सैडीमेंटरी रॉक हो गए या इग्नियस रॉक हो गए, इन्हां दी एग्जाम्पल तुसीं जरूर करके जानियां ने। सो ग्रेनाइट ते बेसाल्ट इग्नियस काइंड दे रॉक्स ने ऑप्शन सी। इन्हां चारां दे विचों इग्नियस रॉक केड़ा नहीं है? नॉट इग्नियस रॉक। सो वो है कॉन्ग्लोमरेट ऑप्शन बी। क्वार्टजाइट इज मेटामॉर्फ्स फ्रॉम,
ਕੁਆਰਟਜ਼ਾਈਟ ਮੈਟਾਮੋਰਫ ਕੀਤਾ ਜਾਂਦਾ ਹੈ ਸੈਂਡਸਟੋਨ ਤੋਂ, ਆਪਸ਼ਨ ਸੀ। ਬਲੈਕ ਫੋਰੈਸਟ ਮਾਊਂਟੇਨ ਹੈ ਜਿਹੜੇ ਕਿਸ ਤਰ੍ਹਾਂ ਦੀ ਐਗਜ਼ਾਮਪਲ ਹੈ? ਸੋ ਆਪਾਂ ਇਹਦਾ opposite question other way around ਆਪਾਂ ਨੇ ਪਿੱਛੇ ਕੀਤਾ ਸੀ, ਉੱਥੇ ਬਲੈਕ ਮਾਊਂਟੇਨ ਉੱਤੇ ਕੁਐਸਚਨ ਸੀ, ਸੋ ਉਰੇ ਆਪਾਂ ਨੂੰ ਬਲੈਕ ਫੋਰੈਸਟ ਉੱਤੇ ਕੁਐਸਚਨ। ਸੋ ਬਲੈਕ ਫੋਰੈਸਟ ਮਾਊਂਟੇਨ ਬਲੈਕ ਮਾਊਂਟੇਨ ਦੀ ਐਗਜ਼ਾਮਪਲ ਹੈ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਰੌਕ ਇਜ਼ ਨਾਟ ਲਾਈਕਲੀ ਟੂ ਕੰਟੇਨ ਫੋਸਿਲ? ਸੋ ਇਹਨਾਂ ਵਿੱਚੋਂ ਕਿਹੜੇ ਇਹੋ ਜਿਹੇ ਪੱਥਰ ਨੇ ਜਿਨ੍ਹਾਂ ਦੇ ਅੰਦਰ ਫੋਸਿਲਸ ਨਹੀਂ ਹੁੰਦੇ? ਸੋ ਉਹ ਹੈ ਗ੍ਰੇਨਾਈਟ, ਆਪਸ਼ਨ ਬੀ। ਲਾਈਮਸਟੋਨ ਕਿਸ ਤਰ੍ਹਾਂ ਦੇ ਰੌਕ ਦੀ ਐਗਜ਼ਾਮਪਲ ਹੈ? So limestone is an example of sedimentary rock. So this is most repetitive question and very, very important for exam. Drakensberg is a mountain of? Drakensberg South Africa ਦਾ mountain ਹੈ, option C. Mauna Loa ਇਹ active volcano ਹੈ ਹਵਾਈ ਦੇ। ਸੋ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਵਾਰੀ ਸਟੈਟਿਕ ਜੀਕੇ ਦੇ ਅੰਦਰ ਵੀ ਆਉਂਦੇ ਨੇ, ਸੋ ਇਸ ਲਈ ਇਹਨਾਂ ਉੱਤੇ ਫੋਕਸ ਕਰਨਾ ਜ਼ਰੂਰੀ ਹੈ। ਬਲੈਕ ਮਾਊਂਟੇਨਸ ਕਿੱਥੇ ਨੇ? ਬਲੈਕ ਮਾਊਂਟੇਨਸ ਲੋਕੇਟਡ ਨੇ ਅਮਰੀਕਾ ਵਿੱਚ, USA। ਕਿਹੜੇ ਇਹ ਜਿਹੇ ਵੋਲਕੈਨੋ ਹੈ ਜਿਨ੍ਹਾਂ ਨੂੰ ਲਾਈਟ ਹਾਊਸ ਕਿਹਾ ਜਾਂਦਾ ਹੈ ਮੈਡੀਟੇਰੇਨੀਅਨ ਦਾ? ਸੋ ਉਹ ਵੋਲਕੈਨੋ ਹੈ ਸਟ੍ਰੋਂਬਲੀ, ਆਪਸ਼ਨ ਡੀ। ਅਫਰੀਕਾ ਦਾ ਜਿਹੜਾ ਸਭ ਤੋਂ ਹਾਈਐਸਟ ਮਾਊਂਟੇਨ ਪੀਕ ਹੈ ਮਾਊਂਟ ਕਿਲੀਮੰਜਾਰੋ, ਕਿੱਥੇ ਲੋਕੇਟਡ ਹੈ? ਸੋ ਇਟ ਲਾਈਜ਼ ਇਨ ਤੰਜ਼ਾਨੀਆ, ਆਪਸ਼ਨ ਸੀ। ਵੈਰੀ ਵੈਰੀ ਇੰਪੋਰਟੈਂਟ। ਸਿਆਰਾ ਨੇਵਾਡਾ ਮਾਊਂਟੇਨ ਕਿੱਥੇ ਨੇ? ਸੋ ਇਹ ਨੇ ਕੈਲੀਫੋਰਨੀਆ ਵਿੱਚ, ਆਪਸ਼ਨ ਬੀ। The Vindhyan system of rocks is important for the production of? ਜਿਹੜੇ ਵਿੰਧਿਅਨ ਸਿਸਟਮ ਦੇ ਰੌਕਸ ਨੇ ਉਹਨਾਂ ਦੇ ਨਾਲ ਜਿੰਨੇ ਵੀ ਪ੍ਰੀਸ਼ੀਅਸ ਸਟੋਨਸ ਬਣਦੇ ਨੇ ਜੋ ਆਪਾਂ ਜੁਐਲਰੀ ਵਗੈਰਾ ਦੇ ਲਈ ਵੀ ਯੂਜ਼ ਕਰਦੇ ਹਾਂ, ਨਾਲ ਹੀ ਬਿਲਡਿੰਗ ਮਟੀਰੀਅਲ, ਸੋ ਇਸ ਤਰ੍ਹਾਂ ਦੀ ਚੀਜ਼ਾਂ ਦੀ ਪ੍ਰੋਡਕਸ਼ਨ ਦੇ ਲਈ ਵਿੰਧਿਅਨ ਸਿਸਟਮ ਦੇ ਰੌਕਸ ਦੀ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਹੈ। ਜਿਹੜੇ ਫੋਲਡ ਮਾਊਂਟੇਨਸ ਨੇ ਉਹਨਾਂ ਦੇ ਅੰਦਰ ਥਿਕਨੈਸ ਕਿਉਂ ਜ਼ਿਆਦਾ ਹੁੰਦੀ ਹੈ? ਸੈਡੀਮੈਂਟਰੀ ਰੌਕਸ ਦੀ। ਸੋ ਫੋਲਡ ਮਾਊਂਟੇਨ ਦੇ ਅੰਦਰ ਸੈਡੀਮੈਂਟਰੀ ਰੌਕਸ ਦੀ ਥਿਕਨੈਸ ਇਸ ਲਈ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜੇ ਇਹ ਫੋਲਡ ਮਾਊਂਟੇਨਸ ਨੇ ਉਰੇ ਸੈਡੀਮੈਂਟਸ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਜੀਓਸਿੰਕਲਾਈਨ ਦੇ ਵਿੱਚ। ਸੋ ਆਪਸ਼ਨ ਬੀ ਇਜ਼ ਦ ਰਾਈਟ ਆਂਸਰ। ਨੈਕਸਟ ਇਜ਼ ਇਹਨਾਂ ਚਾਰਾਂ ਦੇ ਵਿੱਚੋਂ ਇਗਨੀਅਸ ਰੌਕ ਕਿਹੜਾ ਨਹੀਂ ਹੈ? ਸੋ ਗਨੈਸ ਇਜ਼ ਨਾਟ ਐਨ ਇਗਨੀਅਸ ਰੌਕ, ਆਪਸ਼ਨ ਡੀ। ਐਨ ਅਪਫੋਲਡ ਇਨ ਰੌਕ ਇਜ਼? ਰੌਕ ਦੇ ਵਿੱਚ ਜਿਹੜਾ ਅਪਫੋਲਡ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਐਂਟੀਸਕਲਾਈਨ, ਆਪਸ਼ਨ ਸੀ। ਕਰੈਕਟ ਸੀਕੁਐਂਸ ਕੀ ਹੈ ਸਭ ਤੋਂ ਛੋਟੇ ਤੋਂ ਵੱਡੇ ਗ੍ਰੇਨ ਦੇ ਵਿੱਚ ਕਲਾਸਟਿਕ ਰੌਕ ਕੈਟੇਗਰੀ ਦੇ ਅੰਦਰ? ਸੋ ਇਹ ਸਾਰੇ ਕਲਾਸਟਿਕ ਰੌਕ ਦੀਆਂ ਟਾਈਪਸ ਨੇ। ਸਭ ਤੋਂ ਛੋਟਾ ਹੈ ਸ਼ੇਲ, ਦੈਨ ਸਿਲਟਸਟੋਨ, ਸੈਂਡਸਟੋਨ, ਦੈਨ ਕੰਗਲੋਮਰੇਟ। ਸੋ ਜੇ ਆਪਾਂ ਸਮੋਲੈਸਟ ਟੂ ਲਾਰਜੈਸਟ ਗ੍ਰੇਨਸ ਦੀ ਗੱਲ ਕਰਦੇ ਹਾਂ ਤਾਂ ਸਹੀ ਸੀਕੁਐਂਸ ਹੈ ਆਪਸ਼ਨ ਬੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਇਜ਼ ਦ ਲੌਂਗੈਸਟ? ਸਭ ਤੋਂ ਲੰਬੀ ਮਾਊਂਟੇਨ ਰੇਂਜ ਕਿਹੜੀ ਹੈ? ਸੋ ਉਹ ਹੈ ਦ ਐਂਡਿਸ, ਆਪਸ਼ਨ ਡੀ। ਕਿਹੜਾ ਹੈ ਜਿਹੜਾ ਇੰਡੀਅਨ ਨੈਸ਼ਨਲ ਪਾਰਕ ਹੈ ਜਿਹੜਾ ਰਾਈਨੋਸੀਰਸ ਪੋਪੂਲੇਸ਼ਨ ਦੇ ਲਈ ਬਹੁਤ ਹੀ ਜ਼ਿਆਦਾ ਫੇਮਸ ਹੈ? ਸੋ ਉਹ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ, ਆਪਸ਼ਨ ਏ। ਤੇ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਕਿਹੜੀ ਸਟੇਟ ਵਿੱਚ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ, ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੇ ਆਉਣ ਵਾਲੇ ਸਾਰੇ ਐਗਜ਼ਾਮ ਦੇ ਵਿੱਚ ਇਹਦੇ ਹਾਈ ਚਾਂਸਿਸ ਨੇ ਕਿ ਸਟੇਟ ਬਾਰੇ ਪੁੱਛਿਆ ਜਾਵੇ ਕਿਉਂਕਿ ਕਾਫੀ ਸਮੇਂ ਤੋਂ ਇੱਕ ਕਰੰਟ ਅਫੇਅਰ ਵਿੱਚ ਵੀ ਰਹਿ ਰਿਹਾ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਫਾਰਮਸ ਆਫ ਲੈਂਡ ਇਜ਼ ਨਾਟ ਰਿਜ਼ਲਟ ਆਫ ਫਾਲਟਿੰਗ? ਸੋ ਕਿਹੜੀ ਇਹ ਜੀ ਲੈਂਡ ਟਾਈਪ ਹੈ ਜਿਹੜੀ ਫਾਲਟ ਹੋਣ ਦੇ ਕਰਕੇ ਨਹੀਂ ਬਣੀ? ਸੋ ਨਾਟ ਅ ਰਿਜ਼ਲਟ ਆਫ ਫਾਲਟਿੰਗ, that is chevron, option D. Which of the following is not an old folded mountain? So old folded mountain ਜਿਹੜੇ ਨਹੀਂ ਹੈ ਉਹ ਹੈ Andes mountain। ਤੇ ਪਿੱਛੇ ਆਪਾਂ ਨੇ Andes ਦੇ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਕੀਤਾ ਹੈ, ਸੋ ਉਹ ਸੀ ਕਿ ਸਭ ਤੋਂ ਲੌਂਗੈਸਟ ਲੰਬੀ ਮਾਊਂਟੇਨ ਚੇਂਜ ਕਿਹੜੀ ਹੈ? ਸੋ ਉਹਦਾ ਆਨਸਰ ਵੀ Andes ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਨਾਲ ਦੀ ਨਾਲ ਰਿਲੇਟ ਕਰਿਆ ਕਰੋ। ਜੇ ਤੁਸੀਂ ਕੋਈ ਪਹਿਲਾ ਕੁਐਸਚਨ ਪੜਿਆ ਹੁੰਦਾ ਹੈ ਉਹਦੇ ਨਾਲ ਕੀ ਹੈ ਤੁਹਾਨੂੰ ਨਾਲ ਦੀ ਨਾਲ ਰਿਵੀਜ਼ਨ ਹੁੰਦੀ ਜਾਊਗੀ। 249 question, sideways erosion which widens the river valley called? ਸੋ ਉਹਨਾਂ ਨੂੰ ਕਿਹਾ ਜਾਂਦਾ ਹੈ side corrosion, option C। ਤੇ ਅੱਜ ਦਾ ਆਪਣਾ ਇਸ ਪਾਰਟ 4 MCQ ਸੀਰੀਜ਼ ਦਾ ਲਾਸਟ ਕੁਐਸਚਨ ਹੈ 250th, ਸਿੰਕ ਹੋਲ ਕਿਸ ਚੀਜ਼ ਦਾ ਫਿਨੋਮੀਨਨ ਹੈ? ਸਿੰਕ ਹੋਲ ਫਿਨੋਮੀਨਨ ਹੈ ਕਾਸਟ ਦਾ, option D। ਸੋ ਇਹ ਸੀ ਆਪਣਾ ਅੱਜ ਦਾ ਇੰਪੋਰਟੈਂਟ ਲੈਕਚਰ। I hope you like the video. Keep supporting Victor's Knowledge. Thank you and good luck.